ਸਾਹੁ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਇ, ਨਾਨਕ ਉੱਤਮ ਨੀਚ ਨਾ ਕੋਇ। ਜਿਸ ਹੱਥ ਜੋਰ ਕਰ ਵੇਖੈ ਸੋਇ, ਨਾਨਕ ਉੱਤਮ ਨੀਚ ਨਾ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ। ਚਬਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ, ਸਮਰੱਥ ਪਰਤਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ। ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰ ਉਪਕਾਰੀ, ਕਰਨਾ ਨਿਧਾਨ ਕਿਰਪਾ ਦੀ ਖਾਨ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ ਦਾ ਸਦਕਾ, ਦਸ਼ਮੇਸ਼ ਪਿਤਾ ਜੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ, ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਨੀਲੇ ਦੇ ਸ਼ਾਹੇ ਅਸਵਾਰ। ਧੰਨ 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 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਤਿੰਨਾਂ ਦੇ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ, ਯਾਤਰਾ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਦੀ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਆਪ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਅਸਥਾਨ 'ਤੇ ਹਾਜ਼ਰੀ ਭਰ ਕੇ ਸਾਹਿਬਾਂ ਦੇ ਦਰਸ਼ਨ ਦੀਦਾਰ ਕਰਦਿਆਂ, ਸਤਿਗੁਰੂ ਜੀ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਦੀ ਅਕਾਲੀ ਬਾਣੀ, ਧੁਰ ਕੀ ਬਾਣੀ, ਰੱਬੀ ਬਾਣੀ, ਖਸਮ ਕੀ ਬਾਣੀ ਨੂੰ ਸਰਵਨ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਧੁਰ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ।
ਜਾਹਰ ਪੀਰ ਜਗਤ ਗੁਰ ਬਾਬਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖ ਮੰਡਲ ਤੋਂ ਰਸਨਾ ਤੋਂ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਕਲਿਆਣਕਾਰੀ ਬਾਣੀ ਸ਼ਾਂਤੀਦਾਇਕ ਬਾਣੀ ਖਸਮ ਕੀ ਬਾਣੀ ਤੁਰ ਦਰਗਾਹ ਤੋਂ ਆਈ ਹੋਈ ਬਾਣੀ ਤਪਦੇ ਹਿਰਦਿਆਂ ਨੂੰ ਠਾਰਨ ਵਾਲੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ। ਐਸੀ ਪਾਵਨ ਬਾਣੀ ਜਪ ਜੀ ਸਾਹਿਬ ਅਥਵਾ ਜਪ ਸਾਹਿਬ ਜਿਸ ਦਾ ਪੁਰਾਤਨ ਨਾਮ ਹੈ, ਜਿਸ ਬਾਣੀ ਦੁਆਰਾ ਇਹ ਪ੍ਰੇਰਨਾ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ ਕਿ ਮਨੁੱਖਾ ਜੀਵਨ ਜਪਣ ਵਾਸਤੇ ਪ੍ਰਾਪਤ ਹੋਇਆ ਹੈ। ਜਪਣਾ ਕਿਸ ਨੂੰ ਹੈ? ਜਿਸ ਦੁਆਰਾ ਤੁਹਾਡੀ ਹੋਂਦ ਤੁਹਾਡੀ ਹਸਤੀ ਸੰਸਾਰ ਵਿੱਚ ਬਣੀ ਹੈ, ਜਿਸ ਨੇ ਤੁਹਾਨੂੰ ਸਿਰਜਿਆ ਹੈ ਬਣਾਇਆ ਹੈ। ਜਪਣਾ ਕਾਹਦੇ ਵਾਸਤੇ ਹੈ? ਕਿ ਉਹਦਾ ਸ਼ੁਕਰਾਨਾ ਕਰ ਸਕੋ, ਧੰਨਵਾਦ ਕਰ ਸਕੋ ਕਿ ਜਿਸ ਨੇ ਤੁਹਾਨੂੰ ਸਿਰਜਿਆ ਬਣਾਇਆ। ਐਸਾ ਨਾ ਹੋਵੇ ਕਿ ਜੀਵਨ ਪਰਯੰਤ ਉਸ ਦਾ ਧਿਆਨ ਉਸ ਦਾ ਜਪ ਵਿਸਰਿਆ ਰਹੇ ਅਤੇ ਫਿਰ ਤੁਸੀਂ ਅਕਿਰਤ ਕਨ ਬਣ ਜਾਓ। ਜਿਸ ਮਾਲਕ ਨੇ ਤੁਹਾਡੇ 'ਤੇ ਇੰਨਾ ਵੱਡਾ ਪਰਉਪਕਾਰ ਕੀਤਾ, ਦਇਆ ਕੀਤੀ, ਤਰਸ ਕੀਤਾ, ਰਹਿਮਤ ਕੀਤੀ ਹੈ, ਉਸ ਦਾ ਸ਼ੁਕਰਾਨਾ ਕਰਨਾ, ਧੰਨਵਾਦ ਕਰਨਾ ਮਨੁੱਖੀ ਜੀਵਨ ਦਾ ਤੁਹਾਡਾ ਸਭ ਤੋਂ ਮੁੱਢਲਾ ਅਤੇ ਉੱਤਮ ਫਰਜ਼ ਹੈ। ਇਹ ਅਹਿਸਾਨ ਨਹੀਂ ਹੈ ਕਿ ਅਸੀਂ ਤੇਰਾ ਨਾਮ ਜਪਦੇ ਹਾਂ, ਇਹ ਤੁਹਾਡਾ ਫਰਜ਼ ਹੈ। ਇਸ ਫਰਜ਼ ਨੂੰ ਪੂਰਾ ਕਰਨ ਵਾਸਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਮਾਰਗ ਬਖਸ਼ਿਸ਼ ਕੀਤਾ ਹੈ ਕਿ ਗੁਰੂ ਕਾ ਸਿੱਖ ਬਾਣੀ ਅਤੇ ਬਾਣੇ ਦਾ ਧਾਰਨੀ ਹੋ ਕਰਕੇ ਜੀਵਨ ਦੀ ਯਾਤਰਾ ਨੂੰ ਸਫਲ, ਸੁਖਮਈ, ਆਨੰਦਮਈ ਬਣਾ ਸਕੇ। ਸਾਧ ਸੰਗਤ ਜੀ, ਅੱਜ ਉਹ ਦਿਨ ਹੈ ਜਦੋਂ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਤਲਾ ਦਿਨ ਇਸ ਧਰਤੀ 'ਤੇ ਬਤੀਤ ਕੀਤਾ ਹੈ ਸਰੀਰਕ ਤੌਰ 'ਤੇ। ਵੈਸੇ ਤਾਂ ਸਤਿਗੁਰੂ ਵਿਆਪਕ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਬਨਾਸੀ ਪੁਰਖ ਹੈ, ਉਹ ਨਾਸ਼ ਰਹਿਤ ਹੈ। ਪਰ ਸਰੀਰਕ ਤੌਰ 'ਤੇ ਜੋ ਕੌਤਕ ਲਗਭਗ 28 ਸਾਲ ਦਾ ਸਮਾਂ ਕਲਗੀਧਰ ਪਾਤਸ਼ਾਹ ਜੀ ਨੇ ਇਸ ਧਰਤੀ ਨੂੰ ਸ਼ੋਭ ਬਖਸ਼ਿਸ਼ ਕੀਤੀ, ਉਹਦਾ ਅੱਜ ਅੰਤਲਾ ਦਿਨ ਸੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਸਤਿਕਾਰਯੋਗ ਬਿਰਧ ਮਾਤਾ ਜਿਨ੍ਹਾਂ ਦੀ ਉਮਰ ਉਸ ਸਮੇਂ ਲਗਭਗ 85 ਸਾਲ ਦੇ ਨੇੜੇ ਹੈ, ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਚਾਹ ਰਹੇ ਲਖਤੇ ਜ਼ਿਕਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਪੰਜ ਪਿਆਰੇ ਸਾਹਿਬਾਨ, ਭਾਈ ਸਾਹਿਬ ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਧਰਮ ਸਿੰਘ ਜੀ, ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ, ਜਿਨ੍ਹਾਂ ਨੇ ਕਿਸੇ ਸਮੇਂ ਇਸ ਧਰਤੀ 'ਤੇ ਕਲਗੀਧਰ ਪਾਤਸ਼ਾਹ ਜੀ ਨੂੰ ਇਸੇ ਸਥਾਨ 'ਤੇ ਆਪਣੇ ਸੀਸ ਭੇਟ ਕੀਤੇ ਸਨ। ਸੋ ਅੱਜ ਦੁਬਾਰਾ ਫਿਰ ਉਹ ਸਮਾਂ ਬਣਿਆ ਜਦੋਂ ਉਹਨਾਂ ਪਿਆਰਿਆਂ ਨੇ, ਪੰਜਾਂ ਵਿੱਚੋਂ 3 ਪਿਆਰਿਆਂ ਨੇ ਆਪਣਾ ਆਪ ਕਲਗੀਧਰ ਪਾਤਸ਼ਾਹ ਜੀ ਤੋਂ ਨਿਸ਼ਾਵਰ ਕੀਤਾ, ਸ਼ਹੀਦੀ ਪ੍ਰਾਪਤ ਕੀਤੀ। ਸੋ ਪਹਿਲਾਂ ਸਾਹਿਬਾਂ ਦੀ ਮੰਗ 'ਤੇ ਸੀਸ ਸਾਹਿਬਾਂ ਨੂੰ ਅਰਪਣ ਕੀਤੇ ਸਨ, ਭੇਟਾ ਕੀਤੇ ਸਨ। ਹੁਣ ਆਪ ਖੁਸ਼ੀ ਨਾਲ ਮਹਾਰਾਜ ਅਸੀਂ ਆਪਣੇ ਪਾਵਨ ਸੀਸ ਤੁਹਾਡੇ ਤੋਂ ਸਦਕੇ ਕਰਦੇ, ਕੁਰਬਾਨ ਕਰਦੇ ਹਾਂ। ਸੋ ਅੱਜ ਦਾ ਉਹ ਇਤਿਹਾਸਕ ਦਿਨ ਹੈ ਜਦੋਂ ਸਾਰਾ ਦਿਨ ਹੀ ਇਹ ਵਿਚਾਰਾਂ ਹੁੰਦੀਆਂ ਰਹੀਆਂ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ ਔਰ ਆਪਣੇ ਮਨ ਹੀ ਮਨ ਦੇ ਵਿੱਚ ਸਾਹਿਬਾਂ ਨੇ ਸਾਰੀ ਵਿਉਂਤਬੰਦੀ ਕੀਤੀ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕਰਕੇ ਕਿਸ ਪਾਸੇ ਤੁਰਨਾ ਹੈ। ਬਹੁਤ ਸਾਰੇ ਸਿੱਖ ਉਹਨਾਂ ਉੰਝਲੇ ਰਾਹਾਂ ਤੋਂ, ਪੰਧ ਤੋਂ ਨਾ ਵਾਕਫ ਸਨ। ਜਿਸ ਰਸਤੇ 'ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਲਿਜਾਣਾ ਸੀ, ਫਿਰ ਉਹ ਵੀ ਰਾਤ ਦਾ ਵਿਖਾ। ਅੱਜ ਦੀ ਰਾਤ ਜੋ ਆ ਰਹੀ ਹੈ, ਇਸ ਅੱਧੀ ਰਾਤ ਆ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਿੱਚ ਬਿਰਾਜਮਾਨ ਰਹੇ ਔਰ ਅੱਧੀ ਰਾਤ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਦੀ ਪਿਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਰਸਾਈ ਹੋਈ
ਨਿਵਾਜੀ ਹੋਈ ਸਾਜੀ ਹੋਈ ਇਸ ਧਰਤੀ ਨੂੰ, ਇਸ ਨਗਰੀ ਨੂੰ ਸਾਹਿਬਾਂ ਨੇ ਅਲਵਿਦਾ ਆਖਿਆ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਾਣਦੇ ਸਨ ਕਿ ਅੱਜ ਦੇ ਇਸ ਧਰਤੀ ਤੋਂ ਗਏ ਹੋਏ ਸਰੀਰਕ ਤੌਰ 'ਤੇ ਦੁਬਾਰਾ ਇਸ ਧਰਤੀ 'ਤੇ ਨਹੀਂ ਆਉਣਾ। 6.5 ਸਾਲ ਦੀ ਉਮਰ ਸੀ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਪਹਿਲੀ ਵਾਰੀ ਇਸ ਧਰਤੀ 'ਤੇ ਚਰਨ ਪਾਏ। ਇੱਥੋਂ ਦੀ ਸੁੰਦਰਤਾ ਵੇਖ ਕੇ, ਇੱਥੋਂ ਦਾ ਵਾਤਾਵਰਨ ਵੇਖ ਕਰਕੇ, ਇੱਥੋਂ ਦੇ ਕੁਦਰਤੀ ਨਜ਼ਾਰੇ ਤੱਕ ਕਰਕੇ ਹੀ ਕਲਗੀਧਰ ਪਾਤਸ਼ਾਹ ਜੀ ਨੇ ਇਸ ਧਰਤੀ ਨੂੰ ਨਾਮ ਸ਼੍ਰੀ ਅਨੰਦਪੁਰ ਸਾਹਿਬ ਦਾ ਨਾਮ ਬਖਸ਼ਿਸ਼ ਕੀਤਾ ਸੀ। ਸੋ ਇਸ ਤਕਰੀਬਨ 32 ਸਾਲ ਦੇ ਅਰਸੇ ਵਿੱਚ ਸੰਨ 1672 ਤੋਂ ਲੈ ਕਰਕੇ ਸੰਨ 1704 ਤੱਕ 32 ਸਾਲ ਦਾ ਸਮਾਂ ਬਣਦਾ ਹੈ, ਜਿਸ ਵਿੱਚੋਂ ਪੌਂਟਾ ਸਾਹਿਬ ਦੀ ਧਰਤੀ 'ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੁਝ ਸਾਲ ਰਹੇ, ਕੌਤਕ ਕੀਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਵੀ ਸੱਜਣਾ ਦੇ ਕੋਲੋਂ ਕਵਿਤਾ ਉਚਾਰਨ ਕਰਵਾਈਆਂ। ਫਿਰ ਨਾਹਨ ਵਿਖੇ ਰਹੇ, ਕਿਲ੍ਹਾ ਨੜਬੋਗੜ੍ਹ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਥੋੜ੍ਹਾ ਸਮਾਂ ਠਹਿਰੇ। ਇਸ ਤਰ੍ਹਾਂ ਲਗਭਗ 3.5 ਤੋਂ 4.5 ਸਾਲ ਦਾ ਸਮਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਵਿਚਰਦੇ ਰਹੇ। ਲਗਭਗ 28 ਸਾਲ ਦਾ ਅਰਸਾ, 28 ਸਾਲ ਦਾ ਸਮਾਂ ਕਲਗੀਧਰ ਪਾਤਸ਼ਾਹ ਜੀ ਨੇ ਇਸ ਧਰਤੀ ਨੂੰ ਆਪਣੇ ਮੁਬਾਰਕ ਅਤੇ ਪਾਵਨ ਚਰਨਾਂ ਦੀ ਸ਼ੋਭ ਬਖਸ਼ਿਸ਼ ਕਰਕੇ ਬੇਅੰਤ ਭੁੱਲੀਆਂ ਭਟਕੀਆਂ ਆਤਮਾਵਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੋੜਿਆ। ਔਰ ਇਸ ਧਰਤੀ ਤੇ ਸਥਾਨ 'ਤੇ ਕੈਸਾ ਕ੍ਰਿਸ਼ਮਾ, ਕੈਸਾ ਕੌਤਕ ਕੀਤਾ ਕਿ ਸੰਸਾਰ ਦੇ ਅੰਦਰ ਪਹਿਲੀ ਵਾਰੀ ਕਿਸੇ ਨੇ ਵੇਖਿਆ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 5 ਗੁਰਸਿੱਖਾਂ ਦੇ ਸੀਸ ਲੈ ਕਰਕੇ ਆਪਣੀ ਆਤਮ ਸੱਤਿਆ ਦੁਆਰਾ ਜੀਵਨ ਬਖਸ਼ ਕਰਕੇ ਜੋ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਸਜਾਇਆ ਸੀ, ਸਿੱਖੀ ਦੀ ਦਾਤ ਸਿੱਖ ਨੂੰ ਬਖਸ਼ਿਸ਼ ਕੀਤੀ ਸੀ, ਉਸ ਨੂੰ ਸੰਪੂਰਨਤਾ ਹੀ ਖਾਲਸਾ ਰੂਪ ਕਲਗੀਧਰ ਪਾਤਸ਼ਾਹ ਨੇ ਇਸ ਧਰਤੀ 'ਤੇ ਬਖਸ਼ਿਸ਼ ਕਰਕੇ, ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਸਨ, ਊਚ ਨੀਚ ਦੇ ਭੇਦ ਭਾਵ ਦੇ ਨਾਲ ਵਖਰੇਵੇਂ ਕਰਦੇ ਸਨ, ਵੰਡੀਆਂ ਪਾਉਂਦੇ ਸਨ, ਕਲਗੀਧਰ ਪਾਤਸ਼ਾਹ ਨੇ ਇਹ ਸਾਰੇ ਜਾਤ ਪਾਤ ਊਚ ਨੀਚ ਦੇ ਭੇਦ ਭਾਵ ਮਿਟਾ ਕਰਕੇ ਬੜਾ ਮਾਣ ਬਖਸ਼ਿਸ਼ ਕੀਤਾ ਕਿ ਸਾਡਾ ਖਾਲਸਾ ਹੈ। फिर ऐसे वचन कह के इन्हें की कृपा के सज्जे हम हैं, नहीं मोह से गरीब करोड़ परे। नहीं तो मेरे वर्गे करोड़ां तुरे फिरदे हन, कोई पुछदा नहीं, मैं तो खालसे की कृपा द्वारा साजिया हाँ। ते अकाल पुरख जी तो जो हुक्म लै करके आए सन, मैं हूँ परम पुरख को दासा, देखने आयो जगत तमाशा। उस हुक्म नूं कलगीधर पातशाह जी ने इस धरती ते पूरा किया। ठाड़ भयो मैं जोर कर बचन कहा सिर न्याय, पंथ चले तब जगत में जब तुम करो सहाय। मालक जी जदों तुसी सहायता करो, मेरी मदद करो, तदों ही ये खालसा पंथ प्रगट हो सकता है। ते अकाल पुरख जी ने कृपा दे घर विच आ करके बचन कीते सन, मैं अपना सुत तोहे निवाजा, पंथ परचर करबे को साजा। जाए तहां तुम धर्म चलाए, कबोध करन ते लोक हटाए। ਜਿਹੜੇ ਲੋਕ ਬੁਰੀਆਂ ਪ੍ਰਵਿਰਤੀਆਂ 'ਚ ਫਸੇ ਨੇ ਉਹਨਾਂ ਨੂੰ ਧਰਮ ਦਾ ਮਾਰਗ ਬਖਸ਼ਿਸ਼ ਕਰੋ। ਤੇ ਉਹਨਾਂ ਨੇ ਆਪ ਐਲਾਨੀਆਂ ਤੌਰ 'ਤੇ ਕਹਿ ਦਿੱਤਾ ਹੈ ਕਿ ਜੋ ਪ੍ਰਭ ਜਗਤ ਕਹਾ ਸੋ ਕਹਿਹੂੰ, ਜੋ ਅਕਾਲ ਪੁਰਖ ਨੇ ਮੈਨੂੰ ਕਿਹਾ ਹੈ ਮੈਂ ਸੰਸਾਰ ਵਿੱਚ ਜੀਵਾਂ ਨੂੰ ਕਹਾਂਗਾ, ਉਪਦੇਸ਼ ਦਹਾਂਗਾ। ਤੇ ਬਿਨਾਂ ਕਿਸੇ ਕਾਰਨ ਤੋਂ ਕਿਸੇ ਨਾਲ ਕੋਈ ਵੈਰ ਭਾਵ ਨਹੀਂ ਰੱਖਾਂਗਾ। ਜਟਾ ਨਾ ਸੀਸ ਧਾਰਹੂੰ, ਸੀਸ ਦੇ ਉੱਪਰ ਨਾ ਜਟਾਂ ਧਾਰਨ ਕਰਾਂਗਾ, ਨਾ ਹੀ ਕੰਨਾਂ ਵਿੱਚ ਮੁੰਦਰਾ ਪਾਵਾਂਗਾ। ਅਕਾਲ ਪੁਰਖ ਵਾਹਿਗੁਰੂ ਦੀ ਰਜਾ ਹੁਕਮ ਅਨੁਸਾਰ ਕਿਸੂ ਨਾ ਕਾਨ ਧਾਰ ਰਾਖ ਹੂੰ, ਕਿਸੇ ਦੀ ਵੀ ਕਾਨ ਕਨੌਟ ਨਹੀਂ ਰੱਖਾਂਗਾ, ਕਿਸੇ ਦੀ ਪਰਵਾਹ ਨਹੀਂ ਕਰਾਂਗਾ। ਭਾਵੇਂ ਕੋਈ ਵੱਡੇ ਤੋਂ ਵੱਡਾ ਬਾਦਸ਼ਾਹ ਕਿਉਂ ਨਾ ਹੋਵੇ, ਫੌਜਾਂ ਦਾ ਮਾਲ ਕਿਉਂ ਨਾ ਹੋਵੇ, ਮੈਂ ਕਿਸੇ ਦੀ ਅਧੀਨਗੀ ਪ੍ਰਵਾਨ ਨਹੀਂ ਕਰਾਂਗਾ। ਸਦਾ ਹੀ ਸੁਤੰਤਰ ਵਿਚਰਨਾ ਕਰਾਂਗਾ। ਤੇ ਇਸ ਧਰਤੀ 'ਤੇ ਸੁਤੰਤਰ ਵਿਚਰਨ ਵਾਲੇ ਮਨੁੱਖਾਂ ਦਾ ਇੱਕ ਕਾਫਲਾ ਤਿਆਰ ਕਰਾਂਗਾ, ਜਿਹਨੂੰ ਸਾਹਿਬਾਂ ਨੇ ਖਾਲਸਾ ਪੰਥ ਦਾ ਨਾਮ ਦਿੱਤਾ, ਜਿਹੜਾ ਕਿ ਅਕਾਲ ਪੁਰਖ ਦੀ ਹੋਣ ਤੋਂ ਬਿਨਾਂ ਕਿਸੇ ਦੀ ਵੀ ਹੋਰ ਅਧੀਨਗੀ ਪ੍ਰਵਾਨ ਨਹੀਂ ਕਰੇਗਾ। ਐਸੇ ਪੰਥ ਦੇ ਵਾਲੀ ਨੇ ਇਸ ਧਰਤੀ 'ਤੇ ਬੜੇ ਦੂਰ ਅੰਦੇਸ਼ੀ ਦੇ ਨਾਲ ਉੱਤਮ ਫੈਸਲੇ ਲਏ। ਸੋ ਐਸੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਉਹ ਦਿਨ, ਅੱਜ ਦਾ ਸਾਰਾ ਦਿਨ ਅੱਧੀ ਰਾਤ ਤੱਕ
ਜਦੋਂ ਇਸ ਧਰਤੀ ਨੂੰ ਸ਼ੋਭ ਬਖਸ਼ਿਸ਼ ਕਰਕੇ ਸਿੱਖ ਸੰਗਤਾਂ ਨੂੰ ਸਿੰਘਾਂ ਨੂੰ ਹੌਸਲਾ ਧੀਰਜ ਦਿੰਦੇ ਹੋਏ ਨਾਲ ਉਹਨਾਂ ਦੇ ਮਨ ਵਿੱਚ ਵੀਰ ਰਸ ਸੂਰਮਤਾ ਆਈ, ਆਪਣੇ ਪਾਵਨ ਵਿਚਾਰਾਂ ਨਾਲ ਵੀਰ ਰਸੇ ਭਰੇ ਬੋਲਾਂ ਦੇ ਨਾਲ ਉਹਨਾਂ ਦੇ ਮਨ ਦੇ ਅੰਦਰ ਧਰਮ ਤੋਂ ਮਰ ਮਿਟਣ ਦਾ ਚਾਅ, ਉਤਸ਼ਾਹ ਤੇ ਗੈਰਤ ਭਰਦੇ ਰਹੇ। ਐਸੇ ਸਤਿਗੁਰੂ ਪਾਤਸ਼ਾਹ ਜੀ ਦੇ ਚੋਜਾਂ ਨੂੰ, ਕੌਤਕਾਂ ਨੂੰ ਕੋਟਾਨ ਕੋਟ ਵਾਰੀ ਨਮਸਕਾਰ ਹੈ। ਅੱਜ ਦੀ ਰਾਤ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਜੋ ਸਾਲਾਨਾ ਸਮਾਗਮ ਹੁੰਦੇ ਹਨ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਦੇ ਸੰਬੰਧ ਵਿੱਚ, ਸੋ ਇਸੇ ਤਰ੍ਹਾਂ ਹੀ ਕੱਲ੍ਹ ਨੂੰ ਉਹ ਦਸ਼ਮੇਸ਼ ਪੈਦਲ ਮਾਰਚ ਜੋ ਇੱਥੋਂ ਹਰ ਸਾਲ ਪ੍ਰਾਰੰਭ ਹੁੰਦਾ ਹੈ, ਸੋ ਅੱਜ ਦੀ ਰਾਤ ਅੰਮ੍ਰਿਤ ਵੇਲੇ ਉਸ ਦੀ ਰਵਾਨਗੀ ਹੋਵੇਗੀ, ਜਿਸ ਦੇ ਅੰਦਰ ਬੇਅੰਤ ਗੁਰੂ ਕੀਆਂ ਸਿੱਖ ਸੰਗਤਾਂ ਹਾਜ਼ਰੀ ਭਰਦੀਆਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜੀਵਨ ਨੂੰ ਸਫਲ ਕਰਦੀਆਂ ਹਨ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਪਣੇ ਖਾਲਸੇ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਕਰਨ। ਜਿਸ ਮਕਸਦ, ਜਿਸ ਮਨੋਰਥ ਵਾਸਤੇ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ, ਖਾਲਸਾ ਨੂੰ ਸਵਾਰਿਆ ਹੈ, ਉਸ ਮਕਸਦ ਨੂੰ ਪੂਰਾ ਕਰਦਾ ਹੋਇਆ ਖਾਲਸਾ ਹਮੇਸ਼ਾ ਹੀ ਕਲਗੀਧਰ ਪਾਤਸ਼ਾਹ ਦੇ ਬਚਨਾਂ 'ਤੇ ਪਹਿਰਾ ਦਿੰਦਾ ਹੋਇਆ ਖਰਾ ਉਤਰੇ। ਅਤੇ ਜਿਸ ਹਿੰਦੁਸਤਾਨ ਦੀ ਧਰਤੀ 'ਤੇ ਜ਼ਬਰ ਅਤੇ ਜ਼ੁਲਮ ਅਨਿਆਂ ਨੂੰ ਵੇਖ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਿਆ ਸੀ, ਉਸੇ ਹੀ ਜ਼ਬਰ ਜ਼ੁਲਮ ਅਨਿਆਂ ਅਤੇ ਧੱਕੇ ਦੇ ਵਿਰੁੱਧ ਗੁਰੂ ਆਸ਼ੇ ਅਨੁਸਾਰ ਖਾਲਸਾ ਹਮੇਸ਼ਾ ਹੀ ਜੂਝਦਾ ਰਹੇਗਾ ਅਨੰਤ ਸਮੇਂ ਤੱਕ, ਜਿੰਨਾ ਚਿਰ ਇਸ ਧਰਤੀ ਦੀ ਹੋਂਦ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨਾਂ 'ਤੇ ਪਹਿਰਾ ਦਿੰਦਿਆਂ ਹੋਇਆਂ ਕਲਗੀਧਰ ਪਾਤਸ਼ਾਹ ਵੱਲੋਂ ਭਰੀ ਹੋਈ ਵੀਰਤਾ, ਗੈਰਤ ਅਤੇ ਅਣਖ ਬਹਾਦਰੀ ਦੇ ਨਾਲ ਗੁਰੂ ਕਾ ਖਾਲਸਾ ਹਮੇਸ਼ਾ ਹੀ ਮਜ਼ਲੂਮਾਂ ਵਾਸਤੇ, ਨਿਮਾਣਿਆਂ ਅਤੇ ਨਿਤਾਣਿਆਂ ਵਾਸਤੇ ਜੂਝਦਾ ਹੋਇਆ, ਧਰਮ ਦੀ ਰੱਖਿਆ ਕਰਦਾ ਹੋਇਆ ਆਪਣਾ ਆਪਾ ਨਿਸ਼ਾਵਰ ਕਰਦਾ ਰਹੇਗਾ। ਕਿਉਂਕਿ ਪੰਜਾਬ ਦੀ ਧਰਤੀ ਦੇ ਜ਼ਰੇ ਜ਼ਰੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਕਿ ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਵਸਦਾ ਗੁਰਾਂ ਦੇ ਨਾਮ 'ਤੇ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਧਰਤੀ ਨੂੰ, ਪੰਜਾਬ ਦੇ ਚੱਪੇ ਚੱਪੇ ਨੂੰ ਸ਼ੋਭ ਬਖਸ਼ਿਸ਼ ਕਰਕੇ ਇੱਥੋਂ ਦੀਆਂ ਤਰੰਗਾਂ ਵਿੱਚ, ਇੱਥੋਂ ਦੀਆਂ ਲਹਿਰਾਂ ਵਿੱਚ, ਇੱਥੋਂ ਦੀ ਫਿਜ਼ਾ ਦੇ ਵਿੱਚ ਇੱਕ ਅਜਿਹਾ ਰੂਹਾਨੀਅਤ ਭਰਿਆ ਜੀਵਨ ਬਖਸ਼ਿਸ਼ ਕੀਤਾ ਹੈ ਕਿ ਆਪ ਮੁਹਾਰੇ ਹੀ ਇਸ ਜਰਖੇਜ ਧਰਤੀ ਦੇ ਵਿੱਚੋਂ ਧਰਮ ਤੋਂ, ਕੌਮ ਤੋਂ ਨਿਸ਼ਾਵਰ ਹੋਣ ਵਾਲੇ, ਗੁਰਧਾਮਾਂ ਦੀ ਰੱਖਿਆ ਕਰਨ ਵਾਲੇ, ਜਾਬਰ ਦੇ ਨਾਲ ਸਾਹਵੇਂ ਟੱਕਰ ਲੈਣ ਵਾਲੇ ਸੂਰਮੇ ਪੈਦਾ ਹੁੰਦੇ ਰਹੇ ਔਰ ਅੱਗੇ ਤੋਂ ਵੀ ਪੈਦਾ ਹੁੰਦੇ ਰਹਿਣਗੇ। ਇਹ ਜਗਤ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੱਕ ਲਗਭਗ 250 ਸਾਲ ਦਾ ਸਮਾਂ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਰੀ ਤਿਆਰੀ ਕਰਕੇ ਖਾਲਸੇ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਗੁਰੂ ਕੇ ਸਿੱਖ ਹਮੇਸ਼ਾ ਹੀ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰਦੇ ਹੋਏ, ਸਿੱਖੀ ਦੇ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਆਪਣੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨੂੰ, ਰਹਿਮਤਾਂ ਨੂੰ, ਬਖਸ਼ਿਸ਼ਾਂ ਨੂੰ ਪ੍ਰਾਪਤ ਕਰਕੇ ਨਿਹਾਲ ਹੋ ਸਕਣ। ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਪਾਵਨ ਬਾਣੀ ਜਪਜੀ ਸਾਹਿਬ ਉਚਾਰਨ ਕੀਤੀ ਹੈ, ਇਸ ਪਾਵਨ ਬਾਣੀ ਦੀਆਂ 32 ਪੌੜੀਆਂ, 32 ਬੰਦ ਆਪ ਜੀ ਨੇ ਵਿਚਾਰ ਰੂਪ ਦੇ ਵਿੱਚ ਪਿੱਛੇ ਸਰਵਣ ਕੀਤੇ ਹਨ। ਇਹ 33ਵੀਂ ਪੌੜੀ, 33ਵਾਂ ਬੰਦ ਹੈ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ। ਜਦੋਂ ਸਿੱਧ ਲੋਕਾਂ ਨੇ ਇਹ ਵਿਚਾਰ ਸਾਹਿਬਾਂ ਦੇ ਪ੍ਰਗਟ ਕੀਤੇ ਨੇ ਸਾਹਮਣੇ ਕਿ ਤੁਸੀਂ ਯੋਗ ਮਤ ਨੂੰ ਧਾਰਨ ਕਰ ਲਓ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਅੰਤਰੀਵੀ ਚਿੰਨ੍ਹਾਂ ਦਾ ਵਰਣਨ ਕਰਕੇ ਉਹਨਾਂ ਨੂੰ ਸਮਝਾਇਆ ਹੈ। ਫਿਰ ਕਹਿੰਦੇ, ਜਿਸ ਮਾਲਕ ਦੀ ਸਿਫਤ ਕਰਨ ਵਾਸਤੇ ਕਹਿੰਦੇ ਹੋ, ਉਸ ਦੀ ਸਿਫਤ ਕੀਤੀ ਕਿਵੇਂ ਜਾ ਸਕਦੀ ਹੈ, ਉਸ ਦੀ ਸਿਫਤ ਦਾ ਲਾਭ ਕੀ ਹੁੰਦਾ ਹੈ? ਤਾਂ ਸਾਹਿਬਾਂ ਨੇ ਜ਼ੁਬਾਨ ਦਾ ਜ਼ਿਕਰ ਕੀਤਾ ਹੈ ਕਿ ਜ਼ੁਬਾਨ ਦੁਆਰਾ ਜਿਹੜਾ ਵਾਰ-ਵਾਰ ਵਾਹਿਗੁਰੂ ਦੇ ਨਾਮ ਦਾ ਜਪ ਕਰਦਾ ਹੈ, ਇੱਕ ਨਾ ਇੱਕ ਦਿਨ ਐਸਾ ਆਉਂਦਾ ਜਦੋਂ ਇਹ ਤਰਾਹੇ ਪਤ ਪਵੜੀਆ ਚੜ੍ਹਿਆ ਹੋਏ 21 ਇੱਕ ਮਿਗਤਾ ਪ੍ਰਾਪਤ ਹੋ ਜਾਂਦੀ। ਇਹ ਮਹਾਤਮ ਹੈ, ਇਹ ਫਲਾਦੇਸ਼ ਹੈ ਵਾਹਿਗੁਰੂ ਦੇ ਨਾਮ ਜਪਦਾ। ਰਸਨਾ ਦੇ ਦੁਆਰਾ ਜਪਣ ਵਾਲੇ ਨੂੰ ਸਾਰੀਆਂ ਹੀ ਅਵਸਥਾ ਪ੍ਰਾਪਤ ਹੋ ਜਾਂਦੀਆਂ ਨੇ।
ਰਸਨਾ ਤੂੰ ਆਪਣੇ ਆਪ ਹੀ ਕੰਠ ਵਿੱਚ, ਆਪਣੇ ਆਪ ਹੀ ਹਿਰਦੇ ਵਿੱਚ, ਆਪਣੇ ਆਪ ਹੀ ਥੱਲੇ ਨਾਭੀ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਸੁਤੇ ਸਿੱਧ ਹੀ ਉਚਾਰਨ ਪ੍ਰਾਰੰਭ ਹੋ ਜਾਂਦਾ ਹੈ। ਸੋ ਸਾਰੀਆਂ ਹੀ ਅਵਸਥਾਵਾਂ ਰਸਨਾ ਦੇ ਜਪ ਦੁਆਰਾ ਪ੍ਰਾਪਤ ਹੋ ਜਾਂਦੀਆਂ ਨੇ ਨਾਮ ਅਭਿਆਸੀਆਂ ਨੂੰ। ਫਿਰ ਉਹਨਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੰਸਾਰ ਦੇ ਵਿੱਚ ਕੀ ਆਪਣੇ ਬਲ ਦੁਆਰਾ, ਤਾਕਤ ਦੁਆਰਾ, ਸ਼ਕਤੀ ਦੁਆਰਾ ਵੀ ਕੁਛ ਕੀਤਾ ਜਾ ਸਕਦਾ ਹੈ? ਕਿਉਂਕਿ ਉਹ ਐਸਾ ਵਿਸ਼ਵਾਸ ਰੱਖਦੇ ਸਨ ਕਿ ਜਿੱਥੇ ਜੀ ਚਾਹੇ ਉੱਡ ਕਰਕੇ ਚਲੇ ਜਾਈਏ, ਜਿਹਨੂੰ ਜੀ ਚਾਹੀਏ ਡਰਾ ਲਈਏ, ਜਿਹਨੂੰ ਜੀ ਚਾਹੀਏ ਪੈਰਾਂ 'ਤੇ ਡੇਗ ਲਈਏ, ਐਸਾ ਉਹਨਾਂ ਦਾ ਖਿਆਲ ਸੀ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਮਾਲਕ ਦੇ ਹੁਕਮ ਤੋਂ ਬਿਨਾਂ, ਚੇਤਨ ਸਤਾ ਤੋਂ ਬਿਨਾਂ, ਬਲ ਸ਼ਕਤੀ ਤੋਂ ਬਿਨਾਂ ਇੱਕ ਪੱਤੇ ਤੱਕ ਨਹੀਂ ਹਿੱਲ ਸਕਦਾ। ਉਹ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਸਾਰੀ ਸਮੁੱਚੀ ਇਸ ਸ੍ਰਿਸ਼ਟੀ ਨੂੰ, ਲੁਕਾਈ ਨੂੰ ਬਾਲ ਪ੍ਰਾਪਤ ਹੈ। ਮਾਲਕ ਤੋਂ ਬਿਨਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੱਤਿਆ, ਬਾਲ ਤੇ ਸ਼ਕਤੀ ਨਹੀਂ ਰੱਖ ਸਕਦਾ, ਨਹੀਂ ਗ੍ਰਹਿਣ ਕਰ ਸਕਦਾ, ਨਹੀਂ ਵਰਤ ਸਕਦਾ। ਸਾਰੀਆਂ ਹੀ ਦਾਤਾਂ ਉਸ ਮਾਲਕ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਹਨ। ਜਿਵੇਂ ਸਾਹਿਬ ਜੀ ਕਿਰਪਾ ਕਰ ਰਹੇ ਨੇ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਨਾਲ ਸਾਂਝ ਪਾਈਏ, ਵਿਚਾਰ ਨਾਲ ਜੁੜੀਏ, ਜਪੀਏ ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਖਣ ਜੋਰ ਚੁੱਪੈ ਨਹਿ ਜੋਰ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਪਾਵਨ ਉਪਦੇਸ਼ ਦੁਆਰਾ ਕਿਰਪਾ ਕਰ ਰਹੇ ਨੇ। ਵਾਹਿਗੁਰੂ ਜੀ ਦੀ ਸੱਤਿਆ ਦਾ ਵਰਣਨ ਕੀਤਾ ਹੈ, ਬਲ ਦਾ ਵਰਣਨ ਕੀਤਾ ਹੈ। ਜੋਰ ਸ਼ਬਦ ਬਾਣੀ ਦੇ ਅੰਦਰ ਬਹੁ ਅਰਥਾਂ ਵਿੱਚ ਸਾਹਿਬਾਂ ਨੇ ਵਰਤਿਆ। ਜਦੋਂ ਅਸੀਂ ਕਹਿੰਦੇ ਹਾਂ ਦੋਏ ਕਰ ਜੋਰ ਕਰੋ ਅਰਦਾਸ, ਉੱਥੇ ਅਰਥ ਹੈ ਦੋਵੇਂ ਹੱਥ ਜੋੜ ਕਰਕੇ। ਉੱਥੇ ਜੋਰ ਦਾ ਅਰਥ ਹੈ ਜੋੜਨਾ ਕਰਨੇ। ਸੋ ਥਾਵਾਂ ਥਾਵਾਂ 'ਤੇ ਬਾਬਾ ਕਬੀਰ ਸਾਹਿਬ ਜੀ ਦੇ ਉਹ ਪਾਵਨ ਬਚਨ, ਕਬੀਰ ਜੀ ਜੋ ਮਾਰਹਿ ਜੋਰ ਕਰ, ਕਹਤੇ ਨਾਉ ਹਲਾਲ, ਦਫਤਰ ਦਈ ਜਬ ਕਾਢ ਹੈ, ਹੋਏਗਾ ਕੌਣ ਹਵਾਲ। ਕਬੀਰ ਜੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਇੱਥੇ ਜੋਰ ਦਾ ਅਰਥ ਹੈ ਧੱਕਾ ਕਰਨਾ, ਬੇਇਨਸਾਫੀ ਕਰਨੀ, ਕਿਸੇ 'ਤੇ ਜ਼ਿਆਦਤੀ ਕਰਨੀ। ਸੋ ਕੋਈ ਜਾਨ ਹਾਰਸਿਓਂ ਦੇਵੈ ਜੋਰ। ਇੱਥੇ ਜੋਰ ਦਾ ਅਰਥ ਹੈ ਮਿਲਾਪ ਕਰਵਾ ਦੇਵੇ। ਕੋਈ ਐਸਾ ਰੱਬ ਦਾ ਪਿਆਰਾ ਹੋਵੇ ਜਿਹੜਾ ਤਰਸ ਕਰੇ ਮੇਰੇ 'ਤੇ ਅਤੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰਵਾ ਦੇਵੇ। ਥਾਵਾਂ ਥਾਵਾਂ 'ਤੇ ਸਾਹਿਬਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਵਡਿਆਈ ਦੇ ਵਿੱਚ ਬਚਨ ਉਚਾਰਨ ਕੀਤੇ ਨੇ। ਇੱਥੇ ਜੋਰ ਦਾ ਅਰਥ ਹੈ ਸੱਤਿਆ, ਤਾਕਤ, ਬਾਲ, ਸ਼ਕਤੀ। ਜੋ ਮਨੁੱਖ ਦੇ ਸਰੀਰ ਦੇ ਅੰਦਰ ਜੋਰ ਹੁੰਦਾ ਹੈ, ਜਿਹਨੂੰ ਕੋਈ ਤਾਕਤ ਕਹਿੰਦਾ ਹੈ, ਕੋਈ ਬਲ ਕਹਿੰਦਾ ਹੈ। ਸਾਹਿਬ ਕਹਿ ਰਹੇ ਨੇ ਆਖਣ ਜੋਰ। ਆਖਣ ਪੰਜਾਬੀ ਦਾ ਪ੍ਰਸਿੱਧ ਲਫ਼ਜ਼ ਹੈ। ਜਿਵੇਂ ਕਿਹਾ ਜਾਂਦਾ ਮੈਂ ਆਖਿਆ ਸੀ, ਫਲਾਣੇ ਨੇ ਆਖਣਾ ਕੀਤਾ ਹੈ। ਆਖਣ ਦਾ ਅਰਥ ਹੈ ਆਖਣਾ, ਕਹਿਣਾ, ਬਿਆਨ ਕਰਨਾ, ਕਥਨ ਕਰਨਾ। ਸਾਹਿਬ ਕਹਿੰਦੇ ਕਿਸੇ ਦੇ ਵਿੱਚ ਜ਼ੋਰ ਨਹੀਂ ਕਿ ਆਪਣੇ ਆਪ ਵਿੱਚ ਕੁਛ ਆਖ ਸਕੇ, ਕੁਛ ਕਹਿ ਸਕੇ। ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਇਹ ਅਕਾਲ ਪੁਰਖ ਵਾਹਿਗੁਰੂ ਜੀਓ, ਜਦੋਂ ਤੂੰ ਆਪਣੀ ਜੋਤ ਚੇਤਨ ਸੱਤਾ ਜਿਹੜਾ ਅੰਦਰ ਬਲ ਵਰਤਦਾ ਹੈ ਉਹ ਖਿੱਚ ਲਵੇਂ, ਤਦੋਂ ਕਿਸੇ 'ਚ ਹਿੰਮਤ ਹੈ ਕਿ ਕੋਈ ਇੱਕ ਲਫ਼ਜ਼ ਵੀ ਬੋਲ ਸਕੇ? ਕੋਈ ਨਹੀਂ ਬੋਲ ਸਕਦਾ।
ਮਾਲਕ ਦਾ ਨਾਮ ਵੀ ਜ਼ੋਰ ਨਾਲ ਨਹੀਂ ਆਖਿਆ ਜਾ ਸਕਦਾ। ਕੋਈ ਕਹੇ ਕਿ ਨਾ ਮੈਂ ਜ਼ੋਰ ਨਾਲ ਜਪ ਲਵਾਂਗਾ, ਸਾਹਿਬ ਕਹਿੰਦੇ ਨਹੀਂ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਕਿਸੇ ਵਿੱਚ ਇਹ ਜ਼ੋਰ ਨਹੀਂ ਕਿ ਇੱਕ ਵਾਰੀ ਵੀ ਰਸਨਾ ਤੋਂ ਵਾਹਿਗੁਰੂ ਕਹਿ ਸਕੇ, ਉਹ ਆਪ ਹੀ ਕਿਰਪਾ ਕਰੇ ਤੇ ਮੂੰਹ ਵਾਹਿਗੁਰੂ ਕਢਾਵੇ ਤੇ ਨਿਕਲ ਸਕਦਾ ਹੈ। ਆਖਣ ਜ਼ੋਰ, ਕਹਿਣ ਵਿੱਚ ਕਿਸੇ ਦਾ ਜ਼ੋਰ ਨਹੀਂ। ਕੁੰਭਕਰਨ ਬਾਰੇ ਐਸੀ ਇੱਕ ਕਥਾ ਲਿਖੀ ਹੈ ਪੁਰਾਣਾਂ ਦੇ ਵਿੱਚ ਕਿ ਬੜੀ ਤਪੱਸਿਆ ਸਾਧਨਾ ਕੀਤੀ। ਅੱਜ ਤਾਂ ਗੱਲ ਗਈ ਗੁਜਰੀ ਹੋ ਗਈ। ਜਪਜੀ ਸਾਹਿਬ ਦਾ ਪਾਠ ਕਰਨਾ ਹੀ ਔਖਾ। ਪੁਰਾਣੇ ਸਮੇਂ 'ਚ ਲੋਕ ਵਰ੍ਹਿਆਂ ਬੱਧੀ ਸਾਧਨਾ ਕਰਦੇ ਸਨ, ਜਪ ਤਪ ਕਰਦੇ ਸਨ। ਸਾਧਨਾ ਕੀਤੀ, ਮਨ 'ਚ ਵਿਚਾਰ ਸੀ ਕਿ ਮਾਲਕ ਦੇ ਕੋਲੋਂ ਇਹ ਸੰਕਲਪ ਲਵਾਂਗਾ, ਵਰ ਮੰਗਾਂਗਾ ਕਿ ਮੈਂ 6 ਮਹੀਨੇ ਤੱਕ ਜਾਗਦਾ ਰਿਹਾ ਕਰਾਂ ਤੇ ਇੱਕ ਦਿਨ 6 ਮਹੀਨਿਆਂ 'ਚ ਸੌਣਾ ਕਰਾਂ। ਇਹ ਮਨ 'ਚ ਵਿਚਾਰ ਉੱਠਿਆ ਤੇ ਕਹਿੰਦੇ ਫਿਰ ਜਿਹਦੇ ਕੋਲ ਵਾਰ ਮੰਗਣਾ ਸੀ, ਬ੍ਰਹਮਾ ਨੂੰ ਖੁਸ਼ ਕੀਤਾ ਸੀ ਤੇ ਉਹਨਾਂ ਨੇ ਸਰਸਵਤੀ ਨੂੰ ਪ੍ਰੇਰਿਆ ਕਿ ਇਸ ਤਰ੍ਹਾਂ ਤੇ ਜਿੰਨੇ ਜੀਵ ਜੰਤੂ ਨੇ ਸਾਰਿਆਂ ਨੂੰ ਛਕ ਜਾਏਗਾ, ਕਿਉਂਕਿ ਉਹਨੂੰ ਭੁੱਖ ਬਹੁਤ ਲੱਗਦੀ ਸੀ, ਖਾਂਦਾ ਬਹੁਤ ਸੀ ਤੇ ਇਹਨੇ ਤਾਂ ਜੰਗਲਾਂ ਦੇ ਜੰਗਲ ਵਿਹਲੇ ਕਰਦੇ ਨੇ, ਕੋਈ ਜੀਵ ਜਿਉਂਦਾ ਹੀ ਨਹੀਂ ਛੱਡਣਾ। ਇਸ ਵਾਸਤੇ ਤੂੰ ਕੁਛ ਨਾ ਕੁਛ ਆਪਣੀ ਕਲਾ ਵਰਤ। ਕਹਿੰਦੇ ਉਸ ਵਾਸਤੇ ਉਸ ਸਮੇਂ ਫਿਰ ਸਰਸਤੀ ਨੇ ਕੁੰਭਕਰਨ ਦੀ ਜ਼ੁਬਾਨ 'ਤੇ ਬੈਠ ਜਾਣਾ ਕੀਤਾ। ਜਦੋਂ ਮੰਗਣ ਦਾ ਸਮਾਂ ਆਇਆ ਤੇ ਕਹਿਣਾ ਤਾਂ ਇਹ ਸੀ ਕਿ ਮੈਂ 6 ਮਹੀਨੇ ਜਾਗਦਾ ਰਹਾਂ, ਕਹਿਣ ਲੱਗਾ 6 ਮਹੀਨੇ ਸੁੱਤਾ ਰਹਾਂ ਤੇ ਇੱਕ ਦਿਨ ਜਾਗਿਆ ਕਰਾਂ, ਤੇ ਕਹਿੰਦੇ ਤਥਾ ਅਸਤੂ। ਇਸੇ ਤਰ੍ਹਾਂ ਹੋਇਆ। ਜਦੋਂ ਫਿਰ ਯੁੱਧ ਹੋਇਆ ਸੀ ਸ਼੍ਰੀ ਰਾਮ ਚੰਦਰ ਜੀ ਦੇ ਨਾਲ ਰਾਵਣ ਦਾ, ਤੇ ਸ਼੍ਰੀ ਦਸਮ ਗ੍ਰੰਥ 'ਚ ਬੜੀ ਇਹ ਕਥਾ ਖੋਲ੍ਹ ਕੇ ਲਿਖੀ ਹੈ ਕਿ ਉਹਦੇ ਜਿਹੜੇ ਕੰਨ ਸਨ ਪਹਾੜਾਂ ਦੀਆਂ ਗੁਫਾਵਾਂ ਵਰਗੇ, ਕੁੰਦਰਾਂ ਵਰਗੇ ਸਨ, ਤੇ ਉਹਦੇ ਵਿੱਚ ਵੜ ਵੜ ਕੇ ਢੋਲ ਖੜਕਾਏ ਗਏ, ਨਗਾਰੇ ਵਜਾਏ ਗਏ, ਉਹਦੀ ਜਾਗ ਕਿੱਥੇ ਖੁੱਲ੍ਹੇ। ਬੜਾ ਯਤਨ ਕੀਤਾ ਗਿਆ ਤੇ ਫਿਰ ਕਿਤੇ ਕੁੰਭਕਰਨ ਨੂੰ ਉਠਾਇਆ ਗਿਆ। ਚਾਹੁੰਦਾ ਤਾਂ ਸੀ ਉਹ ਕਿ ਮੈਂ ਵਾਰ ਹੋਰ ਲਵਾਂ, ਪਰ ਆਖਣ ਦਾ ਜ਼ੋਰ ਨਹੀਂ ਚੱਲ ਸਕਿਆ। ਜੋ ਕਹਿਣਾ ਬੰਦਾ ਚਾਹੁੰਦਾ ਉਹ ਨਹੀਂ ਕਹਿ ਸਕਦਾ, ਕਿਉਂਕਿ ਆਖਣ ਜ਼ੋਰ ਮਨੁੱਖ ਵਿੱਚ ਆਖਣ ਦਾ, ਕਹਿਣ ਦਾ ਜ਼ੋਰ ਹੀ ਨਹੀਂ ਹੈ, ਬਾਲ ਹੀ ਨਹੀਂ ਹੈ, ਨਹੀਂ ਕੁਛ ਕਹਿ ਸਕਦਾ। ਚੁੱਪੈ ਨਹਿ ਜ਼ੋਰ, ਆਪਣੇ ਆਪ ਵਿੱਚ ਕੋਈ ਕਵੇ ਜ਼ੋਰ ਨਾਲ ਬਲ ਨਾਲ ਚੁੱਪ ਕਰਕੇ ਬਹਿ ਰਵਾਂ, ਸਾਹਿਬ ਕਹਿੰਦੇ ਤਾਂ ਵੀ ਨਹੀਂ ਹੋ ਸਕਦਾ। ਇੱਕ ਸੱਜਣ ਨੇ ਯਤਨ ਕੀਤਾ, ਕਹਿੰਦੇ 40 ਦਿਨ ਅਭਿਆਸ ਕਰਨਾ, ਚੁੱਪ ਰਹਿਣਾ। ਪਹਿਲੇ ਦਿਨ ਸੀ, ਢਿੱਡ ਵਿੱਚ ਐਸੀ ਪੀੜ, ਐਸਾ ਸੂਲ ਉੱਠਿਆ, ਉਹਦੀ ਆਵਾਜ਼ਾਂ, ਉਹਦੀਆਂ ਚੀਕਾਂ ਸਾਰਾ ਪਿੰਡ ਸੁਣ ਰਿਹਾ ਸੀ। ਇੰਨੀ ਹਾਲ ਪਾ ਰਿਹਾ ਉਹ ਕਰ ਰਿਹਾ ਸੀ। ਕਿਹਾ ਤਾਂ ਉਹਨੇ ਸੀ ਕਿ ਮੈਂ ਨਹੀਂ ਬੋਲਾਂਗਾ, ਨਹੀਂ ਕੋਈ ਮੂੰਹ ਤੋਂ ਆਵਾਜ਼ ਕੱਢਾਂਗਾ, ਚੁੱਪ ਰਹਾਂਗਾ, ਪਰ ਬੇਵਸੀ ਹੋ ਗਈ, ਉਹਨੂੰ ਬੋਲਣਾ ਪਿਆ ਕਿ ਇੰਨੀ ਜ਼ਿਆਦਾ ਤਕਲੀਫ ਹੈ ਸਰੀਰ ਨੂੰ। ਹੁਣ ਸਿੱਧ ਲੋਕ ਕੀ ਕਰਦੇ ਸਨ, ਕਹਿੰਦੇ ਮੂੰਹ ਤੋਂ ਨਹੀਂ ਬੋਲਣਾ, ਤੇ ਕੀ ਮਨ ਚੁੱਪ ਕਰ ਜਾਂਦਾ ਕੋਈ ਮੂੰਹ ਤੋਂ ਨਾ ਬੋਲੇ। ਸਾਹਿਬ ਕਹਿੰਦੇ ਚੁੱਪੇ ਨਹਿ ਜ਼ੋਰ, ਆਪਣੇ ਬਲ ਨਾਲ ਚੁੱਪ ਕਰਕੇ ਵੀ ਨਹੀਂ ਬੈਠਾ ਜਾ ਸਕਦਾ। ਬੰਦਾ ਭਾਵੇਂ ਲੱਖ ਯਤਨ ਕਰੇ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਆਪਣੇ ਜ਼ੋਰ ਨਾਲ ਮਾਲਕ ਦੇ ਕੋਲੋਂ ਕੁਛ ਮੰਗਿਆ ਵੀ ਨਹੀਂ ਜਾ ਸਕਦਾ। ਹੁਣ ਬਾਹਰੋਂ ਕਈ ਵਾਰੀ ਬੰਦਾ ਹੋਰ ਸੋਚ ਕੇ ਆਉਂਦਾ ਆਹ ਮੰਗਣਾ, ਤੇ ਆਉਂਦਿਆਂ ਨੂੰ ਵਿਚਾਰ ਬਲ ਜਾਂਦੇ ਨਹੀਂ ਆਹ ਨਹੀਂ ਆਹ ਮੰਗ ਲਓ। ਸੋ ਆਪਣੇ ਜ਼ੋਰ ਆਪਣੇ ਬਲ ਨਾਲ ਮਨੁੱਖ ਮੰਗ ਵੀ ਨਹੀਂ ਸਕਦਾ। ਆਪਣੀ ਤਾਕਤ ਨਾਲ, ਆਪਣੀ ਹਿੰਮਤ ਨਾਲ, ਆਪਣੇ ਬਲ ਨਾਲ। ਦੇਣ ਦਾ ਅਰਥ ਹੈ ਦੇਣਾ, ਦਾਨ ਕਰਨਾ। ਹੁਣ ਹਰੀਚੰਦ ਵਰਗੇ ਲੋਕ, ਕਰਨ ਵਰਗੇ ਲੋਕ ਬੜੇ ਦਾਨੀ ਮੰਨੇ ਨੇ। ਹਰੀਚੰਦ ਦਾਨ ਕਰੇ ਜਸ ਲੇਵੈ, ਬਿਨ ਗੁਰੇ ਅੰਤ ਨਾ ਪਾਵੇ ਅਪੇਵੈ। ਗੁਰੂ ਤੋਂ ਬਿਨਾਂ ਸੋਝੀ ਨਹੀਂ ਮਿਲਦੀ। ਬੜਾ ਦਾਨੀ ਪੁਰਸ਼ ਸੀ, ਦਾਨ ਕਰਕੇ ਮਾਣ ਹਾਸਲ ਕਰਦਾ ਸੀ। ਪਰ ਇੱਕ ਸਮਾਂ ਐਸਾ ਵੀ ਆਇਆ ਜਦੋਂ ਦੇਣ ਵਾਸਤੇ ਕੁਛ ਵੀ ਕੋਲ ਨਾ ਬਚਿਆ। ਵਿਸ਼ਵਾਮਿੱਤਰ ਨੇ ਅਜਿਹਾ ਕੁਛ ਕਰ ਦਿੱਤਾ, ਸਭ ਕੁਛ ਹੀ ਉਜਾੜ ਦਿੱਤਾ ਕਿ ਤੂੰ ਵਸ਼ਿਸ਼ਟ ਮੁਨੀ ਨੂੰ ਕਿਉਂ ਗੁਰੂ ਧਾਰਨ ਕੀਤਾ ਹੈ, ਮੈਨੂੰ ਕਿਉਂ ਛੱਡ ਦਿੱਤਾ ਹੈ। ਬੜਾ ਨਾਰਾਜ਼ ਹੋਇਆ ਸੀ ਉਹ। ਦੇਣ ਨਾ ਜ਼ੋਰ, ਬੰਦਾ ਆਪਣੇ ਬਲ ਨਾਲ ਜ਼ੋਰ ਨਾਲ ਦੇ ਵੀ ਨਹੀਂ ਕੁਝ ਸਕਦਾ। ਹੁਣ ਰਾਜੇ ਬਲ ਦਾ ਜ਼ਿਕਰ ਬਾਣੀ 'ਚ ਵਾਰ-ਵਾਰ ਆਉਂਦਾ। ਉਹਨੇ ਵੀ ਕੁਛ ਦੇਣ ਦਾ ਯਤਨ ਕੀਤਾ ਸੀ ਆਪਣੇ ਬਲ ਨਾਲ, ਪਰ ਨਹੀਂ, ਮਾਲਕ ਦੇ ਸਾਹਮਣੇ ਨਹੀਂ ਜ਼ੋਰ ਚੱਲ ਸਕਦਾ। ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ। ਜ਼ੋਰ ਨਾ ਜੀਵਨ, ਜੀਵਨ ਦਾ ਅਰਥ ਹੈ ਜਿਉਣਾ। ਸੰਸਾਰ 'ਚ ਉਤਪਤੀ ਤੋਂ ਲੈ ਕੇ ਪਹਿਲੇ ਸਵਾਸ ਤੋਂ ਲੈ ਕੇ ਅੰਤਲੇ ਸਵਾਸ ਤੱਕ ਜਿਹੜਾ ਸਮਾਂ ਹੈ, ਇਹਨੂੰ ਜੀਵਨ ਆਖਿਆ ਜਾਂਦਾ। ਇਹਨੂੰ ਵਿਦਵਾਨਾਂ ਨੇ ਜੀਵਨ ਆਖਿਆ ਹੈ। ਭਾਵੇਂ ਬਾਣੀ ਜੀਵਨ ਬੜਾ ਅਗਲਾ ਹੋਰ ਤਰ੍ਹਾਂ ਦਾ ਮੰਨਦੀ ਹੈ, ਪਰ ਸਾਡੀ ਦ੍ਰਿਸ਼ਟੀ ਵਿੱਚ ਆਮ ਜਿਹੜੀ ਨਿਗਾਹ ਹੈ, ਇਹਨੂੰ ਕਹਿੰਦੇ ਹਾਂ ਕਿ ਜੀ ਇਹ ਜੀਵਨ ਹੈ।
ਹੁਣ ਜੀਵਨ ਜਿਉਣ ਵਾਸਤੇ ਬੜਿਆਂ ਨੇ ਯਤਨ ਕੀਤਾ। ਅਰਜਨ ਦੇ ਪੋਤਰੇ ਪ੍ਰੀਸ਼ਤ ਰਾਜੇ ਨੇ ਵੀ ਯਤਨ ਕੀਤਾ ਸੀ। ਜਦੋਂ ਵਿਪੰਡ ਰੇਖੀ ਦੇ ਗਲ ਵਿੱਚ ਸੱਪ ਪਾਉਣ ਕਰਕੇ ਉਹਦੇ ਚੇਲੇ ਪੁੱਤਰ ਨੇ ਸਰਾਹ ਦੇ ਦਿੱਤਾ ਸੀ ਕਿ ਜਿਹਨੇ ਇਹ ਗੁਸਤਾਖੀ ਕੀਤੀ ਹੈ ਉਹ 7ਵੇਂ ਦਿਨ ਸੱਪ ਲੜ ਕੇ ਮਰ ਜਾਏਗਾ। ਸਿੰਘੀ ਰਿਖੀ ਨੇ ਬੋਲ ਕਹਿ ਦਿੱਤੇ ਸੀ। ਜਦੋਂ ਸਮਾਧੀ ਵਿੱਚੋਂ ਆਇਆ ਦੱਸਿਆ ਜੀ ਮੈਂ ਐਸਾ ਕਹਿ ਦਿੱਤਾ, ਤੇ ਜਦੋਂ ਨੇ ਧਿਆਨ ਲਾ ਕੇ ਵੇਖਿਆ ਕਹਿਣ ਲੱਗੇ ਉਹ ਤਾਂ ਬੜਾ ਰਾਜਾ ਧਰਮੀ ਨੇਕ ਸੀ, ਤੈਨੂੰ ਐਸਾ ਨਹੀਂ ਸੀ ਕਹਿਣਾ ਚਾਹੀਦਾ। ਵਿਪੰਡ ਰਿਖੀ ਨੇ ਫਿਰ ਰਾਜੇ ਪ੍ਰੀਸ਼ਤ ਨੂੰ ਦੱਸ ਦਿੱਤਾ ਸੀ। ਐਸਾ ਲਿਖਿਆ ਕਿ ਗੰਗਾ ਦੀਆਂ ਲਹਿਰਾਂ ਵਿੱਚ ਸ਼ੀਸ਼ ਮਹਿਲ ਵੀ ਬਣਾ ਲਿਆ ਸੀ। ਤੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਹਿਸਕ੍ਰਿਤੀ ਬਾਣੀ ਦੇ ਅੰਦਰ ਬਹੁਤ ਯਤਨ ਕਰਤਾ ਬਲਵੰਤਕਾਰੀ ਸਿਵੰਤ ਸੂਰ ਚਤੁਰ ਦਿਸੇ ਚਾਵਾਂ ਦਿਸ਼ਾਵਾਂ ਵਿੱਚ ਸੂਰਮੇ ਨਾ ਸੇਵਾ ਕਰਨ ਵਾਲੇ ਪਹਿਰੇ ਤੇ ਖਲੋ ਜਾਣ ਤੇ ਬਲ ਵਾਲਾ ਹੋਵੇ ਬੜੇ ਯਤਨ ਕਰ ਲਵੇ। ਬਿਖਮ ਥਾਨ ਬਸੰਤ ਉੱਚੇ ਨੈ ਸਿਮਰੰਤ ਮਰਨ ਕੰਦਾਂਚੈ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਅਕਰਖਤੇ। ਮਾਲਕ ਦੀ ਆਗਿਆ ਹੋਵੇ ਤੇ ਕੀੜੀ ਵੀ ਸਾਹ ਖਿੱਚ ਲੈਂਦੀ। ਐਸਾ ਹੀ ਹੋਇਆ ਸੀ ਉਸ ਰਾਜੇ ਪ੍ਰੀਸ਼ਤ ਦੇ ਨਾਲ ਵੀ। ਸੋ ਆਪਣੀ ਮਨ ਮਰਜ਼ੀ ਨਾਲ ਜੀਵਿਆਂ ਵੀ ਨਹੀਂ ਜਾ ਸਕਦਾ। ਬੜਿਆਂ ਨੇ ਯਤਨ ਕੀਤੇ, ਅਫਲਾਤੂ ਵਰਗਿਆਂ ਨੇ ਮੂਰਤੀਆਂ ਬਣਾ ਕੇ ਆਪ ਵਿੱਚ ਖਲੋ ਗਿਆ ਸੀ। ਮੌਤ ਨੂੰ ਭੁਲੇਖਾ ਪਾ ਦਿੱਤਾ ਸੀ। ਤੇ ਕਹਿੰਦੇ ਉੱਥੇ ਤਾਂ ਕਈ ਅਫਲਾਤੂ ਖਲੋਤੇ, ਤੇ ਕਹਿੰਦੇ ਫਿਰ ਜਾ ਕਰਕੇ ਨਾ ਸਿਫਤ ਕਰਨੀ ਸ਼ੁਰੂ ਕਰ ਤੇ ਇੱਕ ਵਿੱਚ ਥੋੜ੍ਹਾ ਜਿਹਾ ਨੁਕਸ ਕੱਢ ਦੇਵੀਂ। ਉਹ ਕਹਿਣ ਲੱਗੇ ਆਹ ਵੀ ਚੰਗਾ, ਆਹ ਵੀ ਬਹੁਤ ਵਧੀਆ ਫਲਾਤੂ, ਆਹ ਵੀ ਚੰਗਾ। ਤੇ ਇੱਕ ਦਾ ਨੱਕ ਜਿਹਾ ਫੜ ਕੇ ਆਖ ਦਿੱਤਾ ਜੀ ਇਹ ਨੱਕ ਵਿੰਗਾ। ਤੇ ਹੁਣ ਮੂਰਤੀਆਂ ਤਾਂ ਬੋਲ ਨਹੀਂ ਸਕਦੀਆਂ, ਤੇ ਅਫਲਾਤੂ ਨੇ ਦਵਾ ਆਖਿਆ ਜੀ ਬੋਲਿਆ ਕਿੱਥੋਂ ਵਿੰਗਾ। ਉਹਦਾ ਇਰਾਦਾ ਸੀ ਸਿੱਧਾ ਕਰ ਦੋ। ਕਹਿੰਦੇ ਮੂਰਤੀ ਦਾ ਨਹੀਂ ਵਿੰਗਾ, ਤੇਰਾ ਹੀ ਵਿੰਗਾ ਹੈ, ਤੇਰਾ ਹੀ ਸਿੱਧਾ ਕਰਨਾ। ਤੇ ਮੌਤ ਆਈ ਤੇ ਕਹਿੰਦੇ ਅਫਲਾਤੂ ਨੂੰ ਲੈ ਕੇ। ਐਸੀਆਂ ਅਨੇਕਾਂ ਕਥਾ ਕਹਾਣੀਆਂ ਜਦੋਂ ਬੰਦਿਆਂ ਯਤਨ ਕੀਤਾ। ਰਾਜੇ ਮਹਾਰਾਜੇ ਕੁਸ਼ਤੇ ਬਣਾ ਕੇ ਖਾਂਦੇ ਸਨ, ਲੰਮਾ ਜੀਵਨ ਹੋ ਜਾਏ। ਤੇ ਸਾਹਿਬਾਂ ਵੀ ਲਿਖਿਆ ਕਿ ਬਹੁਤਾ ਜੀਵਨ ਮੰਗੀਐ ਮੁਆ ਨਾ ਲੋੜੈ ਕੋਏ। ਪਰੰਤੂ ਜੀਵਿਆ ਨਹੀਂ ਜਾ ਸਕਦਾ ਆਪਣੇ ਜ਼ੋਰ ਬਲ ਨਾਲ। ਮਰਨ ਨਹਿ ਜ਼ੋਰ ਨਾਲ ਮਰਿਆ ਵੀ ਨਹੀਂ ਜਾ ਸਕਦਾ। ਜਿਸ ਸਮੇਂ ਵਿਸ਼ਿਸ਼ਟ ਮੁਨੀ ਨੂੰ ਇਹ ਪਤਾ ਲੱਗਾ ਮੇਰੇ 100 ਦੇ 100 ਪੁੱਤਰ ਜਿਹੜੇ ਸਨ ਵਿਸ਼ਵਾਮਿੱਤਰ ਨੇ ਮਾਰ ਦਿੱਤੇ ਨੇ, ਕਾਰਨ ਕਿ ਮੈਨੂੰ ਰਾਜ ਰਿਸ਼ੀ ਕਿਉਂ ਕਿਹਾ, ਬ੍ਰਹਮ ਰਿਸ਼ੀ ਕਿਉਂ ਨਹੀਂ ਕਿਹਾ। ਗੁੱਸੇ 'ਚ ਬੜਾ ਆ ਜਾਂਦੇ ਸਨ ਛੇਤੀ। ਸਤਲੁਜ 'ਚ ਛਾਲ ਮਾਰ ਦਿੱਤੀ ਸੀ। ਸਤਲੁਜ ਸਤਦਰਵ ਕਹਿੰਦੇ 100 ਧਾਰਾ ਹੋ ਕੇ ਵਗ ਗਿਆ ਸੀ, ਤੇ ਰਿਸ਼ੀ ਜਾਣ ਕੇ ਨਹੀਂ ਸੀ ਡੋਬਿਆ, ਨਹੀਂ ਸੀ ਮਰ ਸਕਿਆ। ਸੋ ਬੰਦੇ ਦੇ ਮਰਨਾ ਵੀ ਆਪਣੇ ਹੱਥ 'ਚ। ਸਾਹਿਬ ਕਹਿੰਦੇ ਨਹੀਂ, ਆਪਣੇ ਜ਼ੋਰ ਨਾਲ ਮਰ ਵੀ ਨਹੀਂ ਸਕਦਾ। ਜ਼ੋਰ ਨਾ ਰਾਜ ਮਾਲ ਮਨ ਸੋਰ। ਜ਼ੋਰ ਬਲ ਦੇ ਨਾਲ ਰਾਜ ਵੀ ਪ੍ਰਾਪਤ ਨਹੀਂ ਹੋ ਸਕਦਾ। ਵੈਸੇ ਜ਼ੋਰ ਬੜਾ ਲਾਇਆ ਜਾਂਦਾ ਹੈ। ਜਿਉਂ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਤੱਕ ਕੱਪੜੇ ਧੋ ਦਿੱਤੇ ਜਾਂਦੇ, ਆਹ ਵੀ ਚੰਗਾ ਨਹੀਂ, ਉਹ ਵੀ ਚੰਗਾ ਨਹੀਂ, ਮੈਨੂੰ ਵੋਟਾਂ ਪਾਓ। ਸਾਰਾ ਖੇਲ ਹੀ ਰਾਜ ਦਾ ਹੈ ਕਿ ਮੈਂ ਰਾਜਾ ਬਣ ਜਾਵਾਂ। ਤੇ ਪੁਰਾਣੇ ਸਮੇਂ 'ਚ ਤਲਵਾਰਾਂ ਚੱਲ ਜਾਂਦੀਆਂ ਸੀ, ਵੱਢ ਟੁੱਕ ਹੋ ਜਾਂਦੀ ਸੀ। ਕਾਹਦੇ ਵਾਸਤੇ? ਰਾਜ ਭਾਗ ਪ੍ਰਾਪਤ ਕਰਨ ਵਾਸਤੇ। ਸਾਹਿਬ ਕਹਿੰਦੇ ਆਪਣੇ ਬਲ ਨਾਲ ਮਨੁੱਖ ਰਾਜਾ ਵੀ ਨਹੀਂ ਬਣ ਸਕਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਵਾਲਾ ਰਾਜਾ ਫਰਖਸੀਅਰ ਸੁੱਤਾ ਪਿਆ ਹੀ ਕਤਲ ਕਰ ਦਿੱਤਾ ਸੀ। ਨਾਦਰ ਸ਼ਾਹ ਦਾ ਵੀ ਕਤਲ ਇਸੇ ਤਰ੍ਹਾਂ ਉਹਦੇ ਹੀ ਸੇਵਾਦਾਰ ਨੇ ਸੁੱਤੇ ਪਏ ਨੂੰ ਵੱਢ ਸੁੱਟਿਆ। ਚਾਹੁੰਦਾ ਤਾਂ ਸੀ ਹਿੰਦੁਸਤਾਨ 'ਤੇ ਰਾਜ ਕਰਾਂ, ਕਈ ਹਮਲੇ ਉਹਨੇ ਕੀਤੇ, ਪਰ ਨਹੀਂ। ਰਾਜ ਭਾਗ ਵੀ ਆਪਣੇ ਬਲ ਨਾਲ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਜ਼ੋਰ ਨਾ ਰਾਜ ਮਾਲ ਦਾ ਅਰਥ ਕੀ? ਮਾਲ ਧਨ ਪਦਾਰਥ। ਮਨ ਸੋਰ। ਸਾਹਿਬ ਕਹਿੰਦੇ ਸਾਰਾ ਹੀ ਮਨ ਦਾ ਸੋਰ ਦਾ ਅਰਥ ਹੈ ਸ਼ੋਰ, ਰੌਲਾ ਹੈ। ਇਹ ਮਨ ਦਾ ਹੀ ਰੌਲਾ ਗੌਲਾ ਹੈ। ਆਤਮਾ ਤਾਂ ਪਰਮਾਤਮਾ ਦਾ ਰੂਪ ਹੈ। ਸਾਰੀਆਂ ਮਨ ਦੀਆਂ ਖੇਡਾਂ ਨੇ। ਰਾਜ ਮਿਲ ਜਾਏ, ਮਾਲ ਮਿਲ ਜਾਏ, ਅਹੁਦਾ ਮਿਲ ਜਾਏ, ਇਹ ਸਾਰੀਆਂ ਮਨ ਦੀਆਂ ਖਹਿਸ਼ਾਂ, ਮਨ ਦਾ ਰੌਲਾ ਹੈ। ਆਸਾ ਜੀ ਦੀ ਵਾਰ ਵਿੱਚ ਵੀ ਵਚਨ ਲਿਖਿਆ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿ ਨੱਚਨ ਕੁੱਦਣ ਮਨ ਕਾ ਚਾਓ। ਨੱਚਣਾ ਕੁੱਦਣਾ ਜਿਹੜਾ ਮਨ ਦਾ ਚਾਓ ਦਾ ਅਰਥ ਫਟੇਵਾ ਹੈ। ਇਹ ਫਿੱਟਾ ਹੋਇਆ ਮਨ ਐਸਾ ਕਰਦਾ ਹੈ। ਨਹੀਂ ਤੇ ਨੱਚਣਾ ਕੁੱਦਣਾ ਜਿਹੜਾ ਕੋਈ ਭਗਤੀ ਨਹੀਂ, ਕੋਈ ਬੰਦਗੀ ਨਹੀਂ। ਨੱਚਣ ਕੁੱਦਣ ਭਗਤ ਨਾ ਹੋਏ, ਇਹ ਕੋਈ ਰੱਬ ਦੀ ਇਬਾਦਤ ਨਹੀਂ ਹੈ। ਪਰ ਮਨ ਚਾਹੁੰਦਾ ਹੈ ਕਿ ਮੈਂ ਐਸਾ ਕਰਾਂ। ਸਾਹਿਬ ਕਹਿੰਦੇ ਮਨ ਸੋਰ, ਇਹ ਮਨ ਦਾ ਸ਼ੋਰ ਗੁੱਲ ਹੈ, ਇਹ ਰੌਲਾ ਰੱਪਾ ਹੀ ਹੈ। ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਸੁਰਤੀ ਦੇ ਅਰਥ ਦੋ ਵਿਦਵਾਨ ਕਰਦੇ ਨੇ। ਇੱਕ ਵੇਦਾਂ ਧਾਰਮਿਕ ਗ੍ਰੰਥਾਂ ਦੀਆਂ ਜਿਹੜੀਆਂ ਪੰਕਤੀਆਂ ਜਿਹੜੀਆਂ ਯਾਦ ਕਰ ਲੈਂਦੇ ਸਨ ਉਹ ਸੁਰਤੀ ਬੋਲਦੇ ਸਨ ਜਾਂ ਸੁਰਤੀਆਂ ਲਿਖਿਆ ਹੈ। ਦੂਸਰਾ ਸੁਰਤੀ ਜਿਹੜੇ ਸਾਡੀ ਲਿਵ ਹੈ, ਮਨ ਦਾ ਜਿਹੜਾ ਧਿਆਨ, ਇਹਨੂੰ ਸੁਰਤੀ ਕਹਿੰਦੇ ਨੇ। ਸਾਹਿਬ ਕਹਿੰਦੇ ਆਪਣੇ ਜ਼ੋਰ ਬਲ ਨਾਲ ਕਿਸੇ ਦੀ ਸੁਰਤ ਨਹੀਂ ਲੱਗ ਸਕਦੀ।
कई बार बंदा बैठता है यतन करता है तो मुड़ के उठ के कहता जी अज ध्यान नहीं लगा, अज मन नहीं टिकिया, जी नहीं किया अज। ये की है, बंदा तो यतन करता पर साहब कहते जोर ना सुरती, सुरत भी अपने जोर बल नाल नहीं जुड़ सकती मालक के चरणों में। ज्ञान विचार, ज्ञान की विचार भी जी जोर बल नाल नहीं प्राप्त हो सकती। हुण सभा में आके बंदा चाहता कि बोला ये कहाँ, पर कई बारी गल हो रही उल्ट मूँह निकल जाती है। ताइए साहबा क्या ना कि मूर्ख ते जिहड़ा महामूर्ख बंदा ना उसनूं पंडित की अवस्था बख्शिश कर दिंदा है। पंडित ते मुगधारी, मुगधारी कहंदे मूर्ख नूं पंडित तो मूर्ख ते मूर्ख तो विद्वान बना दिंदा है। क्यों? क्योंकि बंदे दे हथ वस कुछ नहीं है। ज्ञान की विचार भी साहब कहंदे अपने जोर बल द्वारा नहीं की जा सकती। जोर ना जुगती छुटै संसार। कई बारी इस तरह पढ़िया जाता जोर ना जुगती छुटै संसार, कि जुगती नाल संसार तो छुट सकीदा है, जोर नाल नहीं। ऐसा नहीं है, कोई भी ऐसी जुगती बंदे को अपनी नहीं है जिहदे द्वारा संसार तो छुट सके, भवजनों पार हो सके। जोर ना जुगती, अपने जोर जुगती ढंग तरीके नाल साहब कहते संसार तो छुटकारा नहीं हो सकता। हाँ गुरु को तो लख जुगतियां ने। किसी ने गुरु कह देंगे भाई भांडे मांज, ਉਹਦੀ ਭਾਂਡੇ ਮਾਂਜਣ ਵਿੱਚ ਹੀ ਕਲਿਆਣ। किसी ਨੂੰ ਕਹਿੰਦੇ ਝਾੜੂ ਲਾ, ਝਾੜੂ ਲਾਉਂਦੇ ਤਾਂ ਭਲਾ ਹੋ ਜਾਂਦਾ। किसी ਨੂੰ ਕਹਿੰਦੇ ਬਾਣੀ ਪੜ੍ਹ। ਗੁਰੂ ਕੋਲ ਤਾਂ ਅਨੇਕਾਂ ਜੁਗਤੀਆਂ ਨੇ ਸਿੱਖ ਦਾ ਭਲਾ ਕਰਨ ਵਾਸਤੇ, ਪਰ ਆਪਣੇ ਬਲ ਨਾਲ ਕੋਈ ਜੁਗਤੀ ਕੋਈ ਢੰਗ ਤਰੀਕਾ ਮਨੁੱਖ ਵਰਤ ਕੇ ਸੰਸਾਰ ਤੋਂ ਨਹੀਂ ਛੁੱਟ ਸਕਦਾ, ਬੰਧਨਾਂ ਤੋਂ ਨਿਜਾਤ ਪ੍ਰਾਪਤ ਨਹੀਂ ਕਰ ਸਕਦਾ। ਜਿਸ ਹੱਥ ਜੋਰ ਕਰ ਵੇਖੈ ਸੋਇ, ਜਿਸ ਅਕਾਲ ਪੁਰਖ ਜੀ ਦੇ ਹੱਥ ਵਿੱਚ ਜ਼ੋਰ ਦਾ ਅਰਥ ਹੈ ਤਾਕਤ ਸ਼ਕਤੀ ਸੱਤਿਆ ਹੈ, ਕਰ ਵੇਖੇ ਸੋਏ, ਉਹ ਆਪ ਹੀ ਆਪਣੀ ਕਲਾ ਤਾਕਤ ਵਰਤਾ ਕੇ ਵੇਖੇ ਦਾ ਅਰਥ ਵੇਖਦਾ ਵੀ ਹੈ ਤੇ ਸੰਭਾਲਦਾ ਵੀ ਹੈ। ਹਾਂ ਜਾਂ ਦੂਸਰਾ ਭਾਵ ਹੈ ਕਿ ਜਿਹਦੇ ਹੱਥ ਵਿੱਚ ਕੋਈ ਜ਼ੋਰ ਤਾਕਤ ਉਹ ਅਜਮਾ ਕੇ ਵੇਖ ਲੇ। ਹੁਣ ਹਰਨਾਕਸ਼ ਵਰਗਿਆਂ ਵੇਖ ਹੀ ਲਈ ਸੀ, ਵਰ ਲੈ ਲਏ ਸੀ, 6 ਵਰ ਲਏ ਸੀ ਕਿ ਨਾ ਅੰਦਰ ਮਰਾਂ ਨਾ ਦਿਨ ਮਰਾਂ ਨਾ ਰਾਤ ਮਰਾਂ, ਨਾ ਸਵੇਰੇ ਦਿਨ ਹੋਵੇ ਨਾ ਰਾਤ ਹੋਵੇ, ਨਾ ਅੰਦਰ ਹੋਵੇ ਨਾ ਬਾਹਰ ਹੋਵੇ, ਨਾ ਕੋਈ ਮਨੁੱਖ ਹੋਵੇ ਨਾ ਕੋਈ ਜਾਨਵਰ ਹੋਵੇ। ਉਹਨੇ ਮੌਤ ਦੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਸਨ ਤੇ ਕੀ ਉਹ ਮਰਿਆ ਨਹੀਂ? ਇੱਥੋਂ ਤੱਕ ਲਿਖਿਆ ਹੈ। ਰਾਵਣ ਬਾਰੇ ਤਾਂ ਬਾਣੀ ਵਿੱਚ ਸਾਹਿਬਾਂ ਨੇ ਜ਼ਿਕਰ ਕਰ ਦਿੱਤਾ ਹੈ ਕਿ ਕਿਵੇਂ ਚੰਦ ਸੂਰ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਅਸੀਂ ਅੱਗ ਨੂੰ ਹੱਥ ਲਾਈਏ ਤੇ ਅੱਗ ਸਾੜ ਦਿੰਦੀ ਹੈ, ਕੱਪੜੇ ਸਾਡੇ ਸੜ ਜਾਣਗੇ, ਪਰ ਬਸੰਤਰ ਅੱਗ ਰਾਮ ਦੇ ਕੱਪੜੇ ਧੋਂਦੀ ਸੀ। ਇਹਦਾ ਭਾਵ ਕਿੰਨਾ ਸ਼ਕਤੀਸ਼ਾਲੀ ਸੀ। ਤੇ ਕੀ ਉਹਦੇ ਹੱਥ 'ਚ ਕੁਝ ਹੈ ਸੀ? ਸਾਹਿਬ ਕਹਿੰਦੇ ਨਹੀਂ। ਜਿਨ੍ਹਾਂ ਦੇ ਹੱਥ ਜ਼ੋਰ ਸੀ ਉਹਨਾਂ ਕਰਕੇ ਵੇਖਿਆ ਵੀ, ਪਰ ਉਹਨਾਂ ਦਾ ਜ਼ੋਰ ਕਿਸੇ ਕੰਮ ਨਹੀਂ ਆਇਆ। ਇਸ ਵਾਸਤੇ ਸਾਹਿਬ ਕਹਿੰਦੇ ਨੇ ਨਾਨਕ ਉੱਤਮ ਨੀਚ ਨਾ ਕੋਇ। ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਫਰਮਾ ਰਹੇ ਨੇ ਕਿ ਆਪਣੇ ਆਪ ਦੇ ਵਿੱਚ ਨਾ ਕੋਈ ਉੱਤਮ ਹੈ ਤੇ ਨਾ ਕੋਈ ਨੀਚ ਨੀਵਾਂ ਹੈ। ਉਹ ਨੀਵਾਂ ਕੌਣ ਬਣਨ ਵਾਸਤੇ ਤਿਆਰ ਹੈ? ਸਾਰੇ ਕਹਿੰਦੇ ਨੇ ਅਸੀਂ ਜੀ ਵੱਡੇ ਹਾਂ, ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਆਪਣੇ ਆਪ ਦੇ ਨਾ ਕੋਈ ਨੀਵਾਂ ਹੈ ਨਾ ਕੋਈ ਉੱਚਾ ਹੈ। ਹਾਂ ਅਕਾਲ ਪੁਰਖ ਵਾਹਿਗੁਰੂ ਕਿਸ ਨੂੰ ਸ਼ੁਭ ਗੁਣ ਦੈਵੀ ਗੁਣ ਬਖਸ਼ਿਸ਼ ਕਰ ਦੇਵੇ ਉਹ ਉੱਤਮ ਹੋ ਜਾਂਦਾ ਹੈ। ਜਿਹਦੇ ਪੱਲੇ ਬੁਰਾਈਆਂ ਪੈ ਜਾਣ ਉਹ ਨੀਚ ਹੈ। ਤੇ ਨੀਚ ਉਹਨੂੰ ਕਿਹਾ ਜਾਂਦਾ ਜਿਹੜੇ ਨੀਵੇਂ ਕਰਮ ਕਰੇ, ਬੁਰੇ ਕਰਮ ਕਰੇ, ਉਹ ਨੀਚ ਹੈ। ਤੇ ਸਹਿ ਕਹਿੰਦੇ ਉੱਤਮ ਕਰਮ ਕਰਨ ਵਾਲਾ ਮਨੁੱਖ ਉੱਤਮ ਹੈ। ਸਾਧ ਪੁਰਖ ਜੋ ਸੰਸਾਰ ਦੇ ਕਲਗੀਧਰ ਜੀ ਦਾ ਬਚਨ ਹੈ ਕਿ ਜਿਹੜਾ ਮਨੁੱਖ ਸਾਧ ਕਰਮ ਕਮਾਉਂਦਾ ਨਾ ਜਗਤ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਉਹ ਸੰਸਾਰ ਦੇ ਅੰਦਰ ਦੇਵਤਾ ਖਵਾਉਂਦਾ ਹੈ, ਭਲਾ ਪੁਰਸ਼ ਖਵਾਉਂਦਾ ਹੈ। ਸੋ ਆਪਣੇ ਆਪ ਦੇ 'ਚ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਚੰਗਾ ਨਹੀਂ, ਕੋਈ ਮੰਦਾ ਨਹੀਂ ਬਣ ਸਕਦਾ। ਅਕਾਲ ਪੁਰਖ ਦੇ ਹੱਥ ਵਿੱਚ ਇਹ ਤਾਕਤ ਸੱਤਿਆ ਹੈ। ਤੇ ਜਿਹਨੂੰ ਉਹਨੇ ਨੀਵਾਂ ਬਣਾਉਣਾ ਹੋਵੇ ਨਾ, ਸਾਹਿਬ ਕਹਿੰਦੇ ਜਿਸ ਨੂੰ ਖਸਮ ਮਾਲਕ ਪਰਮੇਸ਼ਰ ਵਾਹਿਗੁਰੂ ਜਿਸ ਨੂੰ ਆਪ ਖਵਾਏ ਕਰਤਾ ਖੁਸ ਲੈ ਚੰਗਿਆਈ। ਰੱਬ ਡਾਂਗ ਨਹੀਂ ਮਾਰਦਾ ਕਿ ਸਾਹਮਣੇ ਆ ਕੇ ਡਾਂਗ ਮਾਰਦਾ। ਸਹਿ ਕਹਿੰਦੇ ਜਿਹਨੂੰ ਰੱਬ ਨੇ ਖੱਜਲ ਖੁਆਰ ਕਰਨਾ ਉਹਦੇ ਕੋਲੋਂ ਚੰਗਿਆਈਆਂ ਖੋਹ ਲੈਂਦਾ ਹੈ, ਉਹਦੇ ਪੱਲੇ ਬੁਰਾਈਆਂ ਪਾ ਦਿੰਦਾ ਹੈ। ਤੇ ਜਿਹਦੇ ਪੱਲੇ ਬੁਰਾਈਆਂ ਹੋਣ ਬੰਦਾ ਨੀਚ ਹੈ, ਉਹ ਘਟੀਆ ਹੈ। ਜਿਹਦੇ ਪੱਲੇ ਚੰਗਿਆਈ ਹੋਵੇ ਉਹ ਉੱਤਮ ਹੈ। ਇਹ ਪਾਵਨ ਉਪਦੇਸ਼ ਸਾਹਿਬਾਂ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਹਿਬਾਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ।
ਜੀਵਨ ਕਾਲ ਵਿੱਚ ਵਿਚਰਦਿਆਂ ਸਤਿਗੁਰੂ ਜੀ ਦਾ ਉਪਦੇਸ਼ ਕਮਾ ਸਕੀਏ। ਸਹਿਬਾਂ ਦੀ ਪਾਵਨ ਬਾਣੀ ਆਗਾਧ ਬੋਧ ਹੈ, ਤੁਛ ਬੁੱਧੀ ਮਤ ਅਨੁਸਾਰ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸੁਮਤ ਬਖਸ਼ਣੀ ਕਿਰਪਾ ਕਰਨੀ ਜੀ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੈਸ ਹੱਥ ਜੋਰ ਕਰ ਵੇਖੈ ਸੋਇ, ਨਾਨਕ ਉੱਤਮ ਨੀਚ ਨਾ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ